ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਤਿੰਬੜ ਅਧੀਨ ਪਿੰਡ ਭੁਬਲੀ ਵਿੱਚ ਮੰਗਲਵਾਰ ਸਵੇਰੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਸੀ। ਇੱਕ ਏਐਸਆਈ ਨੇ ਆਪਣੀ ਸਰਵਿਸ ਕਾਰਬਾਈਨ ਸਟੇਨ ਗਨ ਨਾਲ ਆਪਣੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਏਐਸਆਈ ਘਟਨਾ ਦੀ ਚਸ਼ਮਦੀਦ ਗੁਆਂਢਣ ਦੀ ਇੱਕ ਔਰਤ ਨੂੰ ਅਗਵਾ ਕਰਕੇ ਫਰਾਰ ਹੋ ਗਿਆ ਸੀ। ਘਟਨਾ ਤੋਂ ਕਰੀਬ 7 ਘੰਟੇ ਬਾਅਦ ਮੁਲਜ਼ਮ ਨੇ ਬਟਾਲਾ ਦੇ ਪਿੰਡ ਨਵਾਂ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੋਸ਼ੀ ਨੇ ਆਪਣੇ ਬੇਟੇ ਨੂੰ 6, ਪਤਨੀ ਨੂੰ 3, ਕੁੱਤੇ ਨੂੰ 2 ਅਤੇ ਬਾਅਦ ਵਿੱਚ ਆਪਣੀ ਛਾਤੀ 'ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਐਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਏਐਸਆਈ ਭੁਪਿੰਦਰ ਸਿੰਘ ਡਿਪਰੈਸ਼ਨ ਦਾ ਮਰੀਜ਼ ਸੀ। ਭੁਪਿੰਦਰ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਦੀ ਬਜਾਏ ਬਟਾਲਾ ਵਿਖੇ ਰਹਿਣਾ ਚਾਹੁੰਦਾ ਸੀ, ਪਰ ਉਸ ਦਾ ਪਰਿਵਾਰ ਉੱਥੇ ਜਾਣ ਨੂੰ ਤਿਆਰ ਨਹੀਂ ਸੀ, ਜਿਸ ਕਾਰਨ ਅੱਜ ਸਵੇਰੇ ਵੀ ਇਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਇਹ ਘਟਨਾ ਵਾਪਰ ਗਈ। ਉਸਨੇ ਦੱਸਿਆ ਕਿ ਗੁਆਂਢੀ ਔਰਤ ਮਨਜੀਤ ਕੌਰ ਨੇ ਇਹ ਸਾਰੀ ਘਟਨਾ ਦੇਖ ਲਈ ਸੀ, ਜਿਸ ਕਾਰਨ ਭੁਪਿੰਦਰ ਸਿੰਘ ਘਬਰਾ ਕੇ ਉਸ ਨੂੰ ਆਪਣੇ ਨਾਲ ਲੈ ਗਿਆ, ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਇਕੱਲਾ ਚਸ਼ਮਦੀਦ ਗਵਾਹ ਹੈ। ਉਸਨੇ ਦੱਸਿਆ ਕਿ ਪਹਿਲਾਂ ਵੀ ਭੁਪਿੰਦਰ ਸਿੰਘ ਖਿਲਾਫ ਥਾਣਾ ਤਿੱਬੜ ਵਿਖੇ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਹ ਘਰ ਵਿੱਚ ਲੁਕ ਗਿਆ ਸੀ ਅਤੇ ਪੁਲਿਸ ਪਾਰਟੀ ਅਤੇ ਟੀਮਾਂ ਨੇ ਉਸ ਦਾ ਪਿੱਛਾ ਕਰਕੇ ਘਰ ਦੀ ਘੇਰਾਬੰਦੀ ਕੀਤੀ ਅਤੇ ਰਸੋਈ ਰਾਹੀਂ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ। ਘਰ ਦੀ ਖਿੜਕੀ ਤੋੜ ਕੇ ਉਸ ਦੀ ਕਾਉਂਸਲਿੰਗ ਕੀਤੀ ਅਤੇ ਤੁਰੰਤ ਔਰਤ ਨੂੰ ਉਸ ਦੇ ਚੁੰਗਲ ਤੋਂ ਛੁਡਵਾਇਆ। ਉਸਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਅਤੇ ਬਾਹਰ ਰਹਿੰਦੇ ਉਸ ਦੇ ਲੜਕੇ ਨਾਲ ਵੀ ਗੱਲ ਕੀਤੀ ਗਈ ਸੀ, ਪਰ ਉਸ ਨੇ ਆਤਮ ਸਮਰਪਣ ਨਹੀਂ ਕੀਤਾ ਅਤੇ ਉਸਨੇ ਖੁਦ ਨੂੰ ਗੋਲੀ ਮਾਰ ਲਈ ਅਤੇ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਸ ਨੂੰ ਘੋਸ਼ਿਤ ਕਰ ਦਿੱਤਾ ਗਿਆ। ਉਹਨਾਂ ਦੀ ਦੱਸਿਆ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਖਬਰਾਂ ਲਈ ਚੈਨਲ ਨੂੰ ਲਾਈਕ, ਫੋਲੋ, ਸ਼ੇਅਰ, ਸਬਸਕ੍ਰਾਈਬਰ ਜ਼ਰੂਰ ਕਰੋ। ਹਿਸਟਰੀ ਆਫ ਗਨ ਸ਼ਾਟ ਦੇ ਨਾਲ ਆਇਆ ਜੀ ਤੇ ਸਾਡੇ ਕੋਲ ਤਾਂ ਬ੍ਰੌਡ ਡੈਡ ਹੀ ਆਏ। ਕਿੰਨੀਆਂ ਗੋਲੀਆਂ ਕਿਸ ਜਗ੍ਹਾ ਤੇ ਵੱਜੀਆਂ? 3 ਨਿਸ਼ਾਨ ਨੇ ਗੋਲੀਆਂ ਦੀ ਛਾਤੀ 'ਚ ਵੱਜੀ। ਤੇ ਕਦੋਂ ਕੁ ਤੱਕ ਲੱਗਦਾ ਵੀ ਇਹਦੀ ਡੈਥ ਹੋਈ ਹੋਊਗੀ? ਇਹਦੀ ਡੈਥ ਹੁਣ ਉਸ ਮੌਕੇ ਤੇ ਹੋ ਗਈ। ਤੇ ਇਹਨੂੰ ਹੁਣ ਮੋਰਚਰੀ 'ਚ रखा था जी, पोस्टमार्टम जो भी हाँ जी, हमें एक इंटीमेशन मिला था गुरदासपुर से, एक वहाँ पे डबल मर्डर हुआ है। एक एएसआई है भूपिंदर सिंह, उन्होंने वहाँ पे मर्डर करके आगे एक होस्टेज ਨੂੰ लेके बटाला की तरफ मूव कर रहे हैं। तो ਆਪਾਂ ਬਟਾਲਾ ਦੀ ਜੋ ਸਾਰੀ ਫੋਰਸ ਜੋ ਹੈਗੇ ਆਪਣੇ ਐਸਪੀ ਸਾਹਿਬ, ਐਸਪੀਡੀ ਸਾਹਿਬ ਦੀ ਟੀਮ ਹੈਗੇ, ਡੀਐਸਪੀਡੀ ਹੈਗੇ ਆ, ਪਿੱਛੇ ਡੀਐਸਪੀ ਸਿਟੀ ਫਤਿਹਗੜ੍ਹ ਚੂੜੀਆ, ਜਿਨ੍ਹਾਂ ਦੀ ਏਰੀਆ ਪੈਂਦੀ ਹੈ, ਸਾਰਿਆਂ ਨੇ ਆਪਣਾ ਟੀਮ ਇੱਥੇ ਤਿਆਰ ਕਰਕੇ ਉਹ ਚੈੱਕ ਕਰ ਰਹੇ ਸੀਗੇ। ਸਾਨੂੰ ਇਹ ਪਤਾ ਚੱਲਿਆ ਕਿ ਫਾਈਨਲੀ ਆ ਕੇ ਇਹਨਾਂ ਨੇ ਇੱਥੇ ਸਿਵਲ ਲਾइन ਦੇ ਏਰੀਆ ਪੈਂਦਾ, ਉੱਥੇ ਇੱਕ ਆਪਣੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਵੜਿਆ ਵੈਪਨ ਕੇ ਸਾਥ, ਔਰ ਜੋ ਜਿਨ੍ਹਾਂ ਨੇ ਉਹਨਾਂ ਨੇ ਹੋਸਟੇਜ ਲਿਆ ਸੀਗਾ ਮਨਜੀਤ ਕੌਰ ਹੈਗੇ ਉਹਨਾਂ ਦਾ ਨਾਂ, ਉਹਨਾਂ ਨੂੰ ਲੈ ਕੇ ਅੰਦਰ ਬੈਠਿਆ ਹੋਇਆ। तो तकरीबन 11:30 ਵਜੇ ਸਾਡਾ ਆਪਰੇਸ਼ਨ ਸ਼ੁਰੂ ਹੋਇਆ ਸੀਗਾ ਜੀ। ਉਸ ਵੇਲੇ ਉਹਨਾਂ ਨਾਲ ਆਪਾਂ ਗੱਲ ਹੀ ਕਰ ਰਹੇ ਸੀਗੇ, ਜੋ ਜਿਨ੍ਹਾਂ ਨੇ ਇਹਨੂੰ ਹੋਸਟੇਜ ਲਿੱਤਾ ਸੀ। ਸਾਡਾ ਮਕਸਦ ਇਹੀ ਸੀਗਾ ਕਿ ਇਹ ਹੋਸਟੇਜ ਨੂੰ ਫ੍ਰੀ ਕਰਨ ਔਰ ਆਪਣੇ ਆਪ ਨੂੰ ਸਰੈਂਡਰ ਕਰਨ। तो ਆਪਾਂ ਇਹਨਾਂ ਨਾਲ ਗੱਲ ਕਰਦੇ ਕਰਦੇ ਇਹ ਇਸ ਤੇ ਹੋਸਟੇਜ ਨੂੰ ਫ੍ਰੀ ਕਰਨ ਨੂੰ ਸਕਸੈਸਫੁਲ ਹੋ ਗਏ ਜੀ। ਇਹਨਾਂ ਨੇ ਤਕਰੀਬਨ 4 ਵਜੇ ਸਾਨੂੰ ਹੋਸਟੇਜ ਨੂੰ ਫ੍ਰੀ ਕਰਾਤਾ, ਸਾਡੇ ਕੋਲ ਭੇਜਤਾ। फिर उसके बाद आप कोशिश कर रहे थे ये अपने आप वैपन छड्डे उत्थे और आके अपने आप सरेंडर करन, लेकिन इस ते फाइनली सानू हुण 5:03 तक ये उन्होंने अपने आप अंदर गोली मारन का आवाज़ आया। तो फिर हमने दरवाज़ा तोड़ के अंदर गए, चेक किए, तो फिर उन्होंने अपने आप को शॉट कर लिया था। अभी तो मुझे चेक करना पड़ेगा जी, क्योंकि वो जो डॉक्टर ही उसके बारे में बता पाएंगे। जो सुनाई दिया हवाई फायर, उसमें से 3 राउंड तो हमें सुनाई दिया जी। ये शर्तें उनका ये था जी कि वो अपने आप वो वेपन लेके जाना चाहता था, कुड़ी को लेके जाना चाहता था गुरदासपुर, लेकिन वो सेफ़ नहीं होता है कि हमने जो ऑलरेडी जो मर्डर कमिट करके आए हुए होते हैं, हम एक सिटीज़न की लाइफ को डेंजर में नहीं लगा सकते हैं। तो हम उनको यही कन्विंस कर रहे थे कि आप वेपन छोड़ दीजिए, जैसे आप बोलेंगे हम वैसे सरेंडर करवा देंगे, कोई दिक्कत नहीं है। मामला कोई तक सामने आया? ये लड़की का मामला तो नहीं जिसमें लेके आया? अभी तक तो कोई सामने नहीं आया जी। अब हमने उनसे बात कर लेंगे तो फिर तब जो मनजीत कौर है
जो होस्टेज है उनसे बात करेंगे तो पता चलेगा, लेकिन उनको भी ज़्यादा आइडिया नहीं है इसके बारे में। इनका वो मुझे चेक करना पड़ेगा जी, क्योंकि ये यहाँ पे बिलोंग नहीं करता है। वो एक मिनट जी, वो यहाँ पे बिलोंग नहीं करते हैं, ना ही वो यहाँ पे काम करते हैं। जो एसएसपी गुरदासपुर जो है वो आपको पूरा इसके बारे में आइडिया दे सकते हैं। वो तो ही हैज़ बीन मूव टू दी हॉस्पिटल जी, दो डॉक्टर विल बी एबल टू टेल अबाउट इट। अभी तक हमारे पास आए नहीं है, तो जैसे ही हमें वो जो सुनाई दिया, आवाज़ सुनाई दिया, तो हमने इमीडिएटली टीम्स मूव कराए। हमने स्टैंड बाय पे, क्योंकि होस्टेज अंदर थे, तो हमने एम्बुलेंस को स्टैंड बाय रखे हुए थे। जैसे ही सुनाई दिया तो हमने उनको मूव कराया हॉस्पिटल। जैसे अब डॉक्टर से मैं वहाँ पे जाऊँगी या अपने ऑफिसर जाएंगे, वो चेक करेंगे जी क्या स्टेटस है। क्या लग रहा है अभी पुलिस अपनी बात उनको समझा नहीं पाई या कुछ, वो इतने एग्रेशन में थे भी ये स्टेप ले गए? ये समझाने की बात नहीं होती है जी, क्योंकि किसी का अपनी मेंटल स्टेट होती है। हमने 6 घंटे लगाए इनके साथ, बैठे रहे, उनसे बात करें। जो इनके रिलेटिव्स भी थे वो भी उनसे बात कर रहे थे कि आप सरेंडर कर दो, लेकिन वो भी बोल रहे थे मैं कर लूँगा, वो भी नहीं था। लेकिन किसी के दिमाग में क्या चलता है वो तो वो खुद ही जानते हैं, ठीक है ना जी। तो वो मुझे नहीं पता जी, वो गुरदासपुर एसएसपी गुरदासपुर साहब अपने इन्वेस्टिगेशन के बाद बता पाएंगे आपको जी। थैंक यू सो मच। ਪਿੰਡ ਭੂਮਲੀ ਦੇ ਸਰਪੰਚ ਪਰਮਜੀਤ ਸਿੰਘ ਨੇ 10:15 ਦੀ ਗੱਲ ਹੈ ਅੱਜ ਦੀ, ਉਹਨੇ ਐਸਐਚਓ ਨੂੰ ਫੋਨ ਕਰਕੇ ਦੱਸਿਆ ਵੀ ਸਾਡੇ ਪਿੰਡ ਦਾ ਥਾਣੇਦਾਰ ਭੁਪਿੰਦਰ ਸਿੰਘ ਹੈ, ਉਹਨੇ ਆਪਣੀ ਵਾਈਫ ਨੂੰ ਤੇ ਆਪਣੇ ਬੇਟੇ ਨੂੰ ਗੋਲੀਆਂ ਮਾਰ ਦਿੱਤਾ, ਅਤੇ ਜਿਹੜਾ ਉਹਨਾਂ ਦਾ ਪਾਲਤੂ ਕੁੱਤਾ ਸੀਗਾ ਉਹਨੂੰ ਵੀ ਗੋਲੀਆਂ ਮਾਰ ਕੇ ਤੇ ਜਿਹੜੀ ਉੱਥੇ ਲੜਕੀ ਇਹਨਾਂ ਦੀ ਗਵਾਂਢਣ ਸੀਗੀ ਪਰਮਜੀਤ ਕੌਰ, ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਇਹਦੇ ਘਰ ਆ ਕੇ ਉਹਨੇ ਦੇਖਿਆ ਤੇ ਇਹਨੂੰ ਸ਼ੱਕ ਸੀ ਵੀ ਉਹਨੇ ਮੌਕਾ ਦੇਖਿਆ ਵੀ ਉਹਨੂੰ ਨਾਲ ਜਿੱਦਾਂ ਕਿਡਨੈਪ ਕਰਕੇ ਗੱਡੀ ਦੇ ਵਿੱਚ ਉੱਥੋਂ ਫਰਾਰ ਹੋ ਗਿਆ। ਅਸੀਂ ਮੌਕੇ 'ਤੇ ਪਹੁੰਚੇ, ਸਾਡੀਆਂ ਸਾਰੀਆਂ ਟੀਮਾਂ, ਐਸਐਸਪੀ ਸਾਹਿਬ, ਸਾਰੀਆਂ ਟੀਮਾਂ ਜਦੋਂ ਅਸੀਂ ਮੌਕੇ 'ਤੇ ਪਹੁੰਚੇ, ਉਹ ਜਦੋਂ ਦੇਖਿਆ ਸਾਰਾ ਹਾਲਾਤ, ਉਹਦੇ 'ਤੇ ਜਿਹੜੀ ਇਹਦੀ ਵਾਈਫ ਸੀਗੀ, ਉਹਦੀ ਬਲਜੀਤ ਕੌਰ ਉਹਨਾਂ ਦਾ ਨਾਂ ਸੀ, ਉਹਨਾਂ ਦੇ ਪੇਰੈਂਟਸ ਨੂੰ ਜਦੋਂ ਬੁਲਾਇਆ, ਉਹਨਾਂ ਦੇ ਦਿਦਾਰ ਸਿੰਘ ਸਨ ਆਫ ਚੰਨਨ ਸਿੰਘ ਦੇ ਸਟੇਟਮੈਂਟ 'ਤੇ ਅਸੀਂ ਕੇਸ ਰਜਿਸਟਰਡ ਕੀਤਾ, FIR ਨੰਬਰ 30 ਅੰਡਰ ਸੈਕਸ਼ਨ 302 364 IPC ਅਤੇ ਆਰਮ ਐਕਟ ਦਾ ਪਰਚਾ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ। ਸਾਰੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਇਹਨੂੰ ਰਾਊਂਡ ਅਪ ਕਰਨ ਨੂੰ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਬਣਾ ਦਿੱਤੀਆਂ। ਸਾਡੇ ਸਾਰੇ ਸੈੱਲ, ਟੈਕਨੀਕਲ ਸੈੱਲ ਜਿਹੜੇ ਨਾਲ ਇਹਦੇ 'ਤੇ ਵਰਕ ਕਰਨ ਲੱਗ ਪਏ ਅਤੇ ਅਖੀਰ ਇਹਨੂੰ ਅਸੀਂ ਬਟਾਲੇ ਦੇ ਕੋਲ ਜਿਹੜਾ ਨਵਾਂ ਪਿੰਡ ਆ, ਇਹਦੇ ਵਿਚੋਲਿਆਂ ਦਾ ਪਿੰਡ ਹੈ, ਇਹਦਾ ਰਿਸ਼ਤਾ ਕਰਾਇਆ ਸੀ ਉਹਨਾਂ ਨੇ, ਉਹਨਾਂ ਦੇ ਘਰ ਅਸੀਂ ਇਹਨੂੰ ਘੇਰਾਬੰਦੀ ਪਾ ਲਈ ਸਾਰੀ। ਅਤੇ ਉਸ ਟਾਈਮ ਜਿਹੜੀ ਪਿੰਡ ਦੀ ਲੜਕੀ ਜਿਹਨੂੰ ਨਾਲ ਲੈ ਕੇ ਗਿਆ ਸੀ ਇਹ ਮਨਜੀਤ ਕੌਰ, ਡਾਟਰ ਆਫ ਸਵਰਨ ਸਿੰਘ, ਇਹ ਵੀ ਉਸ ਘਰ ਦੇ ਅੰਦਰ ਸੀ ਅਤੇ ਘਰ ਨੂੰ ਇਹਨੇ ਬੰਦ ਕੀਤਾ ਹੋਇਆ ਸੀ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਅਤੇ ਕਿਚਨ ਸੀਗੀ ਉੱਥੇ, ਕਿਚਨ ਦੀ ਇੱਕ ਖਿੜਕੀ ਜਿੱਦਾਂ ਸਰਵਿਸ ਵਿੰਡੋ ਵਗੈਰਾ ਉਹ ਬਾਹਰ ਨੂੰ ਖੁੱਲ੍ਹਦੀ ਸੀ, ਉੱਥੋਂ ਅਸੀਂ ਇਹਦੇ ਨਾਲ ਜਿਹੜੀ ਗੱਲਬਾਤ ਕਰਨ ਲੱਗੇ। ਇਹ ਐਕਚੁਅਲੀ ਡਿਪਰੈਸ਼ਨ ਦੇ ਵਿੱਚ ਸੀਗਾ, BP ਦਾ ਮਰੀਜ਼ ਹੈ ਇਹ, ਅਤੇ ਬੜੀ ਸਟਰੈਸ ਵਿੱਚ ਸੀਗਾ ਇਹਨੂੰ ਅਸੀਂ ਬੜੀ ਕਾਉਂਸਲਿੰਗ ਇਹਦੀ ਕੀਤੀ ਕਾਫੀ, ਇਹਨੂੰ ਦਿਲਾਸਾ ਵੀ ਦਵਾਇਆ ਅਤੇ ਕਦੀ ਰੋਣ ਲੱਗ ਪੈਂਦਾ ਸੀ, ਕਦੀ ਕੁਛ ਕਰਦਾ ਸੀ। ਫਿਰ ਹੌਲੀ ਹੌਲੀ ਅਸੀਂ ਇਹਨੂੰ ਕਰਕੇ, ਇਹਨੇ ਜਿਹੜੀ ਆਪਣੀ ਗਨ ਸੀਗੀ ਇਹਦੇ ਹੱਥ 'ਚ ਹੀ ਸੀਗੀ ਉਹ, ਅਤੇ ਇਹਨੂੰ ਅਸੀਂ ਕਾਉਂਸਲਿੰਗ ਕਰਕੇ ਜਿਹੜੀ ਲੜਕੀ ਆ ਬੜੀ ਮੁਸਤੈਦੀ ਦੇ ਨਾਲ, ਜਿਹੜੀ ਇਹਦੇ ਮਨਜੀਤ ਕੌਰ ਇਹ ਆਪਣੇ ਅੰਦਰ ਸੀ ਇਹਦੇ ਨਾਲ ਰੱਖੀ, ਉਹਨੂੰ ਅਸੀਂ ਬੜੀ ਮੁਸ਼ਕਿਲ ਦੇ ਨਾਲ ਜਿਹੜਾ ਉਹਦੇ ਚੁੰਗਲ 'ਚੋਂ ਛੁਡਾ ਕੇ ਅਸੀਂ ਬਾਹਰ ਲੈ ਕੇ ਗਏ। ਫਿਰ ਇਹਦੇ ਨਾਲ ਅਸੀਂ ਕਈ ਗੱਲਾਂ ਇਹਦੀਆਂ ਅਸੀਂ ਕਿਹਾ ਵੀ ਅਸੀਂ ਇੱਦਾਂ ਕਰ ਦੂੰਗੇ, ਉਹ ਕਰ ਦੂੰਗੇ, ਇਹਨੂੰ ਵਿਸ਼ਵਾਸ 'ਚ ਲੈਣ ਦੀ ਕੋਸ਼ਿਸ਼ ਕੀਤੀ, ਸਾਡੇ ਵਿਸ਼ਵਾਸ ਵਿੱਚ ਵੀ ਆ ਗਿਆ ਸੀ। ਕਾਫੀ ਘੰਟਿਆਂ ਦੀ ਜੱਦੋਜਹਿਦ ਬਾਅਦ ਇਹਨੇ ਫਿਰ ਡਿਪਰੈਸ਼ਨ 'ਚ ਆ ਕੇ ਇਹਦੇ ਰਿਸ਼ਤੇਦਾਰਾਂ ਨਾਲ, ਇੱਕ ਬੇਟਾ ਇਹਦਾ ਬਾਹਰ ਕੈਨੇਡਾ 'ਚ ਰਹਿੰਦਾ, ਉਹਦੇ ਨਾਲ ਵੀ ਐਕਚੁਅਲੀ ਉੱਥੇ ਰਾਤ ਸੀਗੀ, ਉਹਦੇ ਨਾਲ ਵੀ ਇਹਦੀ ਗੱਲ ਕਰਾਈ, ਉਹਦਾ ਦੱਸਿਆ। ਇਹ ਇਹੀ ਕਹੀ ਜਾਂਦਾ ਸੀ ਵੀ ਮੈਂ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਆ, ਇਹਨੂੰ ਵੀ ਬਲਜੀਤ ਕੌਰ ਨੂੰ ਵੀ ਮਾਰ ਦੇਣੀ ਆ। ਅਤੇ ਅਸੀਂ ਬਲਜੀਤ ਕੌਰ ਨੂੰ ਤਾਂ ਕੱਢ ਲਿਆ ਬਾਹਰ ਬੜੀ ਮੁਸ਼ਕਿਲ ਦੇ ਨਾਲ, ਪਰ ਇਹਨੇ ਅਖੀਰ ਮੈਡੀਸਨ ਵੀ ਖਾਧੀ, ਇਹਨੂੰ ਮੈਡੀਸਨ ਵੀ ਖਿਲਵਾਈ, ਅਸੀਂ ਖਾਣਾ ਵੀ ਇਹਨੂੰ ਅੰਦਰੋਂ ਦਿੱਤਾ, ਪਰ ਸਾਡੇ 'ਤੇ ਵਿਸ਼ਵਾਸ ਨਹੀਂ ਸੀ ਕਰਦਾ। ਅਖੀਰ ਇਹਨੇ ਆਪਣੇ ਆਪ ਨੂੰ ਜਿਹੜੀ ਗੋਲੀਆਂ ਮਾਰ ਕੇ ਅਤੇ ਆਪਣੇ ਆਪ ਨੂੰ ਖ਼ਤਮ ਕਰ ਲਿਆ ਸੀ। ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ,
ਬਾਕੀ ਇਹਨਾਂ ਦੇ ਪੇਰੈਂਟਸ ਨੂੰ ਬੁਲਾ ਲਿਆ, ਇਹਨਾਂ ਦੇ ਇਨ-ਲਾਜ਼ ਜਿਹੜੇ ਸੀਗੇ ਉਹਨਾਂ ਨਾਲ ਵੀ ਸਾਡੀ ਗੱਲ ਹੋ ਰਹੀ ਆ ਤੇ ਇਹਦੇ ਤੇ ਅਸੀਂ ਕਰ ਰਹੇ ਗੱਲ। ਕਿਸੇ ਤਰ੍ਹਾਂ ਦਾ ਕੋਈ ਮਾਮਲਾ ਸਰ ਦਰਜ ਕੀਤਾ ਗਿਆ ਕੋਈ? ਹਾਂਜੀ, FIR ਨੰਬਰ 30 ਤੁਹਾਨੂੰ ਦੱਸਿਆ, 302 364 IPC ਪਰਚਾ ਦਰਜ ਕੀਤਾ ਹੈ। ਸਰ ਇਸ ਭੁਪਿੰਦਰ ਸਿੰਘ ਕਿੱਥੇ ਤੈਨਾਤ ਸੀਗਾ ਜੀ? ਇਹ ਅੰਮ੍ਰਿਤਸਰ ਗਾਰਡ ਤੇ ਆ, ਸਿਕਿਉਰਿਟੀ ਤੇ ਲੱਗਾ ਹੋਇਆ ਹੈ, ਗਾਰਡ ਤੇ ਡਿਊਟੀ ਕਰਦਾ ਸੀ ਇਹ। ਸਰ ਇਹਨੇ ਆਪਣੇ ਬੇਟੇ ਨੂੰ ਕਿੰਨੀਆਂ ਗੋਲੀਆਂ ਮਾਰੀਆਂ ਸਨ ਜਾਂ ਆਪਣੀ ਨਾਲੇ ਵਾਈਫ ਨੂੰ? ਜਿਹੜੀਆਂ ਮੌਕੇ ਤੇ ਅਸੀਂ ਇਮੀਡੀਏਟਲੀ ਪਹੁੰਚ ਕੇ ਦੇਖਿਆ, ਹੁਣ ਪੋਸਟਮਾਰਟਮ ਤੋਂ ਵੀ ਸਾਰੀਆਂ ਗੱਲਾਂ ਆਉਗੀਆਂ ਸਾਹਮਣੇ। ਦੇਖਣ ਨੂੰ 3 ਗੋਲੀਆਂ ਉਹਦੇ ਵੱਜੀਆਂ ਲੱਗਦੀਆਂ ਸੀ, 3 ਗੋਲੀਆਂ ਉਹਦੀ ਵਾਈਫ ਤੇ ਵੱਜੀਆਂ ਲੱਗਦੀਆਂ ਸੀ। ਜਿਹੜੀ ਡੂੰਘਾਈ ਦੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਆ ਜਾਣੀ, ਪੋਸਟਮਾਰਟਮ ਦੀਆਂ ਰਿਪੋਰਟ 'ਚ ਆ ਜਾਣੀਆਂ ਸਾਰੀਆਂ ਇਹ ਚੀਜ਼ਾਂ। ਸਰ ਰੀਜਨ ਕੀ ਨਿਕਲ ਕੇ ਸਾਹਮਣੇ ਆਇਆ ਜੀ ਹੁਣ ਤੱਕ? ਇਹ ਸਾਰੀ ਜਿਹੜੀ Actually- ਬੇਟੇ ਨੂੰ ਕਿਉਂ ਮਾਰਿਆ ਜਾਂ ਕਿ ਵਾਈਫ ਦੇ ਨਾਲ ਇਹਨਾਂ ਸਾਡੀ ਜਦੋਂ ਅੰਦਰ ਸੀਗਾ, ਇਹਨਾਂ ਸਾਡੀ ਗੱਲ ਚੱਲਦੀ ਰਹੀ, ਇਹਨੇ ਜੋ ਸਾਨੂੰ ਦੱਸਿਆ, ਇਹ ਪਰਿਵਾਰ ਪਿੰਡ ਦੇ ਵਿੱਚ ਕੋਈ ਬਹੁਤਾ ਉੱਥੇ ਰਹਿ ਕੇ ਖੁਸ਼ ਨਹੀਂ ਸੀਗਾ। ਇਹ ਆਪਣੀ ਵਾਈਫ ਨੂੰ ਕਹਿੰਦਾ ਸੀ ਇੱਥੋਂ ਸ਼ਿਫਟ ਹੋ ਕੇ ਆਪਾਂ ਬਟਾਲੇ ਰਹਿਣਾ, ਬਟਾਲੇ ਆਪਾਂ ਰਹਿਣਾ। ਤੇ ਅੱਜ ਵੀ ਇਹਨੇ ਆਪਣੇ ਬੇਟੇ ਨੂੰ ਵੀ, ਬੇਟਾ ਯੰਗ ਸੀਗਾ, 18 ਸਾਲਾਂ ਦਾ ਬੱਚਾ, +2 ਦੇ ਵਿੱਚ ਪੜ੍ਹਦਾ ਸੀ ਇਹ, ਤੇ ਬੇਟੇ ਨੂੰ ਵੀ ਅੱਜ ਇਹ ਕਹਿੰਦਾ ਵੀ ਚਲੋ ਮੇਰੇ ਨਾਲ। ਬਸ ਇਸੇ ਬਹਿਸ ਵਸਾਈ ਦੇ ਵਿੱਚ ਉਹਨੂੰ ਪਹਿਲਾਂ ਬੇਟੇ ਨੂੰ ਮਾਰੀ ਗੋਲੀ, ਫਿਰ ਉਹ ਵਾਈਫ ਨੇ ਵੀ ਉਹਨੂੰ ਬਚਾਉਣ ਦੀ ਖਾਤਰ ਫਿਰ ਉਹਨੂੰ ਵੀ ਮਾਰ ਦਿੱਤੀਆਂ। ਬਸ ਇਸ ਗੱਲ ਤੋਂ ਹੀ ਹੋਇਆ ਜੋ ਸਾਡੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ। ਪਾਲਤੂ ਕੁੱਤੇ ਨੂੰ ਵੀ ਆਪਣੇ ਪਾਲਤੂ ਕੁੱਤੇ ਨੂੰ ਵੀ ਮਾਰਤੀਆਂ ਨੇ ਗੋਲੀਆਂ। ਜਰਮਨ ਸ਼ੈਫਰਡ ਕੁੱਤਾ ਸੀਗਾ ਇਹਨਾਂ ਦਾ ਪਾਲਤੂ, ਉਹਨੂੰ ਵੀ ਮਾਰੀਆਂ ਨੇ, ਉਹਨੂੰ ਵੀ ਮਾਰ ਦਿੱਤਾ। ਕਾਰਬਾਈਨ ਸੀਗੀ ਇਹ ਗਨ। ਤਾਂ ਇਹ ਸਰਕਾਰੀ ਹਾਂ, ਡਿਊਟੀ ਤੇ ਸੀਗਾ ਇਹ ਗਾਰਡ ਤੇ ਉਦੋਂ। ਸਰ ਜਿਹੜੀ ਇੱਕ CCTV ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਪਹਿਲਾਂ ਉਹ ਘਰੋਂ ਬਾਹਰ ਨਿਕਲਦਾ ਕਾਰਬਨ ਲੈ ਕੇ, ਉਸ ਤੋਂ ਬਾਅਦ ਇੱਕ ਲੇਡੀਜ਼ ਨੂੰ ਨਾਲ ਲੈ ਕੇ ਅੰਦਰ ਵੀ ਜਾਂਦਾ, ਉਹਦੇ ਬਾਰੇ ਕੋਈ ਨਿਕਲਿਆ ਨਹੀਂ ਹੁਣ ਤੱਕ ਸਾਹਮਣੇ? ਉਹੀ ਲੇਡੀਜ਼ ਹੈ ਜਿਹਨੂੰ ਗੱਡੀ 'ਚ ਲੈ ਗਿਆ ਹੈ। ਐਕਚੁਅਲੀ ਇਹਨੂੰ ਇਹ ਸ਼ੱਕ ਸੀਗਾ ਵੀ ਇਹ ਚਸ਼ਮਦੀਦ ਗਵਾਹ ਸਾਡੀ ਬਣ ਗਈ ਆ, ਮੌਕੇ ਦੀ ਗਵਾਹ ਆ, ਇਸ ਕਰਕੇ ਉਹਨੂੰ ਵੀ ਨਾਲ ਹੀ ਲੈ ਕੇ ਆਏ। ਇਹ ਵੀ ਕਸਾਰੇ ਲਗਾਏ ਜਾ ਰਹੇ ਨੇ ਕਿ ਇਹ ਕੋਈ ਇਹਨਾਂ ਦਾ ਕੋਈ ਆਪਸ ਦੇ ਵਿੱਚ ਕੋਈ ਤਾਲਮੇਲ ਸੀਗਾ ਜੀ ਇਸ ਲੇਡੀ ਦਾ, ਉਹਦੇ ਕਰਕੇ ਇਹ ਸਾਰਾ ਡਿਸਪਿਊਟ ਹੋਇਆ? ਨਹੀਂ, ਇਹ ਬੜੀ ਮਾੜੀ ਗੱਲ ਹੈ। ਜਿਹੜੀ ਉਹ ਲੜਕੀ ਆ ਉਹ ਪਿੰਡ ਦੀ ਹੀ ਲੜਕੀ ਆ, ਉਹਦੇ ਹਸਬੈਂਡ ਦੀ ਡੈਥ ਹੋਈ ਆ। ਬਹੁਤ ਸਾਰੇ ਚੈਨਲਾਂ ਨੇ ਗਲਤ ਖਬਰ ਚਲਾਤੀ ਪ੍ਰੇਮਿਕਾ, ਇਹ ਬਹੁਤ ਮਾੜੀ ਗੱਲ ਹੈ। ਇਹ ਕਿਸੇ ਤੇ ਨਹੀਂ ਇਹ ਗੱਲ ਕਰਨੀ ਚਾਹੀਦੀ, ਬਗੈਰ ਸੋਚੇ ਸਮਝੇ ਇਹ ਗੱਲ ਨਹੀਂ ਕਰਨੀ ਚਾਹੀਦੀ। ਸਾਡੀ ਹੁਣ ਤੱਕ ਦੀ ਤਫਤੀਸ਼ 'ਚ ਇਦਾਂ ਦੀ ਕੋਈ ਗੱਲ ਨਹੀਂ ਆਈ ਹੈ। ਸਰ ਜਿਸ ਤਰ੍ਹਾਂ ਇਹ ਡਿਊਟੀ ਤੋਂ ਆਪਣਾ ਕਾਰਬਨ ਜਿਹੜੀ ਉਹ ਜਮ੍ਹਾਂ ਨਹੀਂ ਕਰਾਉਂਦੇ ਜਾਂ ਸਰ ਉੱਥੋਂ ਜਾਣਬੁੱਝ ਕੇ ਲੈ ਕੇ? ਉਹ ਅਸੀਂ ਤਫਤੀਸ਼ ਦੇਖਦੇ ਸਾਰੀ ਗੱਲ ਹੁਣ ਕਿੱਦਾਂ ਹੋਈ।